ਹੈਲੋ। ਹਾਂਜੀ ਸਟੂਡੈਂਟਸ, ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਵਧੀਆ ਹੋਵੋਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਤੁਹਾਡੇ ਜਿਹੜੇ ਐਗਜ਼ਾਮ ਨੇ ਉਹ ਬਿਲਕੁਲ ਨਜ਼ਦੀਕ ਆ ਗਏ ਆ ਅਤੇ ਸ਼ੁਰੂ ਹੋਣ ਵਾਲੇ ਨੇ। ਇਸ ਦੇ ਲਈ ਆਪਾਂ ਆਪਣੀਆਂ ਰੈਗੂਲਰ ਕਲਾਸਿਸ ਸ਼ੁਰੂ ਕਰ ਲਈਆਂ। ਸੋ ਹਿਸਟਰੀ ਦਾ ਅੱਜ ਆਪਾਂ ਤੁਹਾਡੇ ਸਿਲੇਬਸ ਦੇ ਅਨੁਸਾਰ ਚੈਪਟਰ ਨੰਬਰ 2 ਹੜੱਪਾ ਸੱਭਿਅਤਾ, ਸਿੰਧੂ ਘਾਟੀ ਦੀ ਸੱਭਿਅਤਾ, ਇਹ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੇ ਲਗਭਗ 2 ਤੋਂ 3 ਲੈਕਚਰ ਲੱਗਣਗੇ ਅਤੇ ਇਸ ਤੋਂ ਬਾਅਦ ਪੇਪਰਾਂ ਤੱਕ ਆਪਾਂ ਤੁਹਾਡੇ ਸਾਰੇ ਚੈਪਟਰ ਆ ਜਿਹੜੇ ਉਹ ਕੰਪਲੀਟ ਕਰਵਾ ਦੇਵਾਂਗੇ। ਸੋ ਰੈਗੂਲਰ ਕਲਾਸਾਂ ਆਪਣੀਆਂ ਸ਼ੁਰੂ ਨੇ, ਲੈਕਚਰ ਲਗਾਇਆ ਕਰੋ। ਆਓ ਆਪਾਂ ਬਿਨਾਂ ਕਿਸੇ ਦੇਰੀ ਦੇ ਲੈਕਚਰ ਦੀ ਤਰਫ ਚੱਲਦੇ ਹਾਂ। ਆਪਣੇ BA ਸਮੈਸਟਰ ਪਹਿਲਾ ਦੇ ਲਈ ਹਿਸਟਰੀ ਦਾ ਚੈਪਟਰ ਨੰਬਰ 2 ਹੜੱਪਾ ਸੱਭਿਅਤਾ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ। ਆਓ ਹੁਣ ਆਪਾਂ ਆਪਣਾ ਲੈਕਚਰ ਦੇਖਦੇ ਹਾਂ। ਸਭ ਤੋਂ ਪਹਿਲਾਂ ਆ ਜਾਂਦਾ ਜਾਣ ਪਛਾਣ। ਨਵ ਪੱਥਰ ਯੁੱਗ ਨੂੰ ਪਾਰ ਕਰਕੇ 2500 BC ਦੇ ਲਗਭਗ ਪ੍ਰਾਚੀਨ ਭਾਰਤੀ ਇਤਿਹਾਸ ਆਪਣੇ ਹੜੱਪਾ ਕਾਲ ਵਿੱਚ ਦਾਖਲ ਹੋਇਆ। ਹੜੱਪਾ ਤੇ ਮੋਹਿੰਜੋਦੜੋ 2 ਸ਼ਹਿਰ ਸਨ। ਇਹ ਸੱਭਿਅਤਾ ਵੀ ਸ਼ਹਿਰ ਤੋਂ ਹੀ ਸ਼ੁਰੂ ਹੁੰਦੀ ਹੈ। ਇਹ ਦੋਵੇਂ ਸ਼ਹਿਰ ਸਿੰਧ ਦਰਿਆ ਅਤੇ ਇਸ ਦੀਆਂ ਬਰਾਂਚਾਂ ਜਾਂ ਘਾਟੀਆਂ ਵਿੱਚ ਸਨ। ਇਸ ਕਰਕੇ ਇਹਨਾਂ ਦੀ ਸੱਭਿਅਤਾ ਨੂੰ ਸਿੰਧ ਘਾਟੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ ਕਿਹਾ ਜਾਂਦਾ ਹੈ। ਇਸ ਦੀ ਖੋਜ 1922 ਈਸਵੀ ਵਿੱਚ ਹੋਈ। ਇਸ ਸੱਭਿਅਤਾ ਦੇ 8 ਮੂਲ ਲੱਛਣ ਹਨ। ਨੰਬਰ 1 ਆ ਜਾਂਦਾ ਬਰਤਨ, ਨੰਬਰ 2 ਲਿਪੀ, ਨੰਬਰ 3 ਪੱਕੀਆਂ ਇੱਟਾਂ, ਨੰਬਰ 4 ਸਟੈਂਡਰਡ ਤੋਲ ਜਾਂ ਵੱਟੇ, ਨੰਬਰ 5 ਸ਼ਹਿਰਾਂ ਦੀਆਂ ਸਿੱਧੀਆਂ ਸੜਕਾਂ ਅਤੇ ਪਾਣੀ ਦੀ ਨਿਕਾਸੀ, ਨੰਬਰ 6 ਕਿਲ੍ਹਾ, ਨੰਬਰ 7 ਪੱਕੇ ਖੂਹ ਅਤੇ ਤਲਾਬ, ਅਤੇ ਨੰਬਰ 8 ਮੁਰਦਿਆਂ ਨੂੰ ਦਫਨ ਕਰਨਾ। ਇਹ 8 ਲੱਛਣ ਇਹਨਾਂ ਦੀ ਸੱਭਿਅਤਾ ਦੇ ਹਨ। ਸਿੰਧ ਘਾਟੀ ਸੱਭਿਅਤਾ ਮੂਲ ਰੂਪ ਵਿੱਚ ਮੈਦਾਨੀ ਸੱਭਿਅਤਾ ਸੀ। ਭਾਵ ਕਿ ਇਹ ਜ਼ਿਆਦਾਤਰ ਮੈਦਾਨੀ ਇਲਾਕਿਆਂ ਦੇ ਵਿੱਚ ਵਸੇ ਹੋਏ ਸਨ। ਬਲੋਚਿਸਤਾਨ ਨੂੰ ਛੱਡ ਕੇ ਕਿਧਰੇ ਵੀ ਪਹਾੜੀਆਂ ਨੂੰ ਪਾਰ ਨਹੀਂ ਕਰ ਸਕੀ ਸੀ। ਬਲੋਚਿਸਤਾਨ ਤੱਕ ਹੀ ਸੀਗੀ ਇਹ ਮਨੁੱਖ ਦੀ ਪਹਿਲੀ ਸੱਭਿਅਤਾ ਸੀ ਜਿਸ ਨੇ ਧਰਤੀ ਹੇਠਲੇ ਪਾਣੀ ਦਾ ਖੇਤੀ ਦੇ ਲਈ ਇਸਤੇਮਾਲ ਕੀਤਾ। ਖੇਤੀ ਲਈ ਧਰਤੀ ਹੇਠਲੇ ਪਾਣੀ ਦਾ ਇਸਤੇਮਾਲ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ ਸੀ। 12-13 ਫਸਲਾਂ ਰੱਬੀ ਅਤੇ ਖਰੀਫ ਪੈਦਾ ਹੁੰਦੀਆਂ ਸਨ। ਉੱਚੀਆਂ ਬਣਾ ਵਾਲੇ ਬਲਦ ਅਤੇ ਬਲਦ ਵਾਲੇ ਗੱਡੇ ਖੇਤੀ ਅਤੇ ਢੋਆ ਢੁਆਈ ਦੇ ਮੁੱਖ ਸਾਧਨ ਸਨ। ਘੋੜਾ ਪਾਲਤੂ ਪਸ਼ੂਆਂ ਵਿੱਚ ਸ਼ਾਮਲ ਨਹੀਂ ਸੀ। ਖਜੂਰ ਤੇ ਬੇਰ ਸੀਗੇ ਜਿਹੜੇ ਇਹਨਾਂ ਦੇ ਮੁੱਖ ਫਲ ਸਨ। ਵੈਸੇ ਅੰਗੂਰ ਤੇ ਤਰਬੂਜ ਵੀ ਇਹਨਾਂ ਕੋਲੇ ਹੁੰਦੇ ਸਨ। ਦਸਤਕਾਰੀ, ਲੱਕੜ ਤੇ ਪੱਥਰ ਉਦਯੋਗ ਅਤੇ ਸ਼ਹਿਰੀ ਯੋਜਨਾਬੰਦੀ ਹੋਰ ਵਿਸ਼ੇਸ਼ਤਾਵਾਂ ਸਨ ਇਹਨਾਂ ਦੀਆਂ। ਇਸ ਤੋਂ ਬਾਅਦ ਆ ਜਾਂਦਾ ਸਿੰਧ ਘਾਟੀ ਜਾਂ ਹੜੱਪਾ ਸੱਭਿਅਤਾ ਦੀ ਖੋਜ। ਪੱਛਮੀ ਪੰਜਾਬ, ਪਾਕਿਸਤਾਨ ਦੇ ਜ਼ਿਲ੍ਹਾ ਸ਼ਾਹੀਵਾਲ ਵਿੱਚ ਹੜੱਪਾ ਦਾ ਰਾਵੀ ਦਰਿਆ ਉੱਪਰ ਇੱਕ ਵੱਡੀ ਪੁਰਾਤੱਤਵ ਸਥਾਨ ਵਜੋਂ ਆਰਕੀਓਲੋਜਿਸਟਾਂ ਨੂੰ ਲੰਮੇ ਸਮੇਂ ਤੋਂ ਪਤਾ ਸੀ। ਪਰੰਤੂ ਇਸ ਦੀ ਇੱਕ ਮਹਾਨ ਪ੍ਰਾਚੀਨ ਸੱਭਿਅਤਾ ਦੇ ਪ੍ਰਮੁੱਖ ਸ਼ਹਿਰ ਵਜੋਂ ਸ਼ਨਾਖਤ ਉਸ ਵੇਲੇ ਹੋਈ ਜਦੋਂ 1922 ਈਸਵੀ ਦੇ ਵਿੱਚ ਡਾਕਟਰ RD ਬੈਨਰਜੀ ਨੇ ਸਿੰਧ ਪ੍ਰਾਂਤ ਦੇ ਜ਼ਿਲ੍ਹਾ ਲਾਰਕਾਨਾ ਵਿੱਚ ਅਤੇ ਸਿੰਧ ਦਰਿਆ ਦੇ ਕਿਨਾਰੇ ਨਜ਼ਦੀਕ ਮੋਹਿੰਜੋਦਾੜੋ ਦੀ ਖੋਜ ਕੀਤੀ। ਸਰ ਜੌਨ ਮਾਰਸ਼ਲ ਜਿਹੜੇ ਉਸ ਵੇਲੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਡਾਇਰੈਕਟਰ ਸਨ, ਉਹਨਾਂ ਨੇ ਹੜੱਪਾ ਤੇ ਮੋਹਿੰਜੋਦੜੋ ਦੀ ਸੰਸਕ੍ਰਿਤੀ ਨੂੰ ਸਿੰਧ ਘਾਟੀ ਸੱਭਿਅਤਾ ਦਾ ਨਾਮ ਦਿੱਤਾ। ਆਜ਼ਾਦੀ ਤੋਂ ਪਿੱਛੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਇਸ ਨੂੰ ਹੜੱਪਾ ਜਾਂ ਮੇਚਰ ਹੜੱਪਣ ਸੱਭਿਅਤਾ ਆਖਿਆ। ਇਸ ਦਾ ਭਾਵ ਸੀ ਕਿ ਹੜੱਪਾ ਸ਼ਹਿਰ ਵਰਗੀ ਸਿੰਧ ਘਾਟੀ ਸੱਭਿਅਤਾ।
ਇਸ ਤੋਂ ਬਾਅਦ ਆ ਜਾਂਦਾ ਨਾਮ ਸੰਬੰਧੀ ਬਹਿਸ ਵੀ ਹੋਈ ਉਹਨਾਂ ਦੇ। ਸਰ ਜੌਨ ਮਾਰਸ਼ਲ ਦੁਆਰਾ ਸੁਝਾਏ ਗਏ ਨਾਮ ਦੀ ਉਚਿਤਤਾ ਇਸ ਗੱਲ ਵਿੱਚ ਸੀ ਕਿ ਸਿੰਧ ਘਾਟੀ ਸੱਭਿਅਤਾ, ਭੂਗੋਲ, ਸਿੰਧ ਦਾ ਵੇਸਣ ਤੇ ਸ਼ਹਿਰ ਹੜੱਪਾ ਵਰਗੇ ਦੋਹਾਂ ਦੀ ਪ੍ਰਤੀਨਿਧਤਾ ਕਰਦੀ ਸੀ, ਪਰੰਤੂ ਹਾਲ ਵਿੱਚ ਇਸ ਦੀ ਸਰਸਵਤੀ ਸਿੰਧੂ ਸੱਭਿਅਤਾ ਦਾ ਨਾਮ ਸੁਝਾਇਆ ਗਿਆ। ਇੰਜ ਕਰਨ ਦਾ ਮਕਸਦ ਸ਼ਾਇਦ ਇਸ ਉੱਪਰ ਵੈਦਿਕ ਰੰਗਤ ਦਾ ਪਾ ਲਾਉਣਾ ਹੈ। ਇਹ ਠੀਕ ਨਹੀਂ ਪ੍ਰਤੀਤ ਹੁੰਦਾ ਕਿ ਸਰਸਵਤੀ ਸਿੰਧ ਬੇਸਨ ਦਾ ਇੱਕ ਮੌਸਮੀ ਦਰਿਆ ਸੀ, ਪਰੰਤੂ ਇਸ ਨੂੰ ਸਿੰਧ ਦਰਿਆ ਵਰਗਾ ਪੇਸ਼ ਕਰਨਾ ਭੂਗੋਲਿਕ ਤੌਰ 'ਤੇ ਠੀਕ ਨਹੀਂ ਸੀ। ਸਰਸਵਤੀ ਤਾਂ ਸੁੱਕ ਚੁੱਕੇ 3 ਦਰਿਆ ਹਾਕਰ, ਘੱਗਰ ਤੇ ਚੌਂਤਾਂਗ ਵਿੱਚ ਇੱਕ ਘੱਗਰ ਦੀ ਉਪ ਸ਼ਾਖਾ ਸੀ, ਜਿਸ ਵਿੱਚ ਪਾਣੀ ਸਾਰਾ ਸਾਲ ਨਹੀਂ ਵਗਦਾ ਸੀ। ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹਨਾਂ ਦੀਆਂ ਮੂਲ ਵਿਸ਼ੇਸ਼ਤਾਵਾਂ ਦੱਸਦੇ ਹਾਂ। ਸਿੰਧ ਘਾਟੀ ਸੱਭਿਅਤਾ ਦੀਆਂ ਮੂਲ ਵਿਸ਼ੇਸ਼ਤਾਵਾਂ ਮਹਿੰਜੋਦਾੜੋ ਤੇ ਹੜੱਪਾ ਸ਼ਹਿਰਾਂ ਦੀ ਸੰਸਕ੍ਰਿਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ 'ਤੇ ਆਧਾਰਿਤ ਹਨ। ਇਹ ਮੂਲ ਵਿਸ਼ੇਸ਼ਤਾਵਾਂ ਹੀ ਹੜੱਪਾ ਜਾਂ ਮੇਜਰ ਇੰਡਸ ਸਿਵਲਾਈਜੇਸ਼ਨ ਨੂੰ ਪ੍ਰਭਾਵਿਤ ਕਰਦੀਆਂ ਹਨ। ਦੂਸਰੇ ਸ਼ਬਦਾਂ ਵਿੱਚ ਇਹਨਾਂ ਮੂਲ ਵਿਸ਼ੇਸ਼ਤਾਵਾਂ ਦੇ ਮਾਪਦੰਡ ਨਾਲ ਅਸੀਂ ਫੈਸਲਾ ਕਰ ਸਕਦੇ ਹਾਂ ਕਿ ਕੋਈ ਸਥਾਨ ਇਸ ਸੱਭਿਅਤਾ ਨਾਲ ਸੰਬੰਧਿਤ ਸੀ ਤੇ ਅਜਿਹਾ ਸੀ ਤੇ ਕਦੋਂ ਤੇ ਕਿਸ ਹੱਦ ਤੱਕ। ਅੱਗੇ ਮੂਲ ਵਿਸ਼ੇਸ਼ਤਾਵਾਂ ਇਹ ਹਨ: ਚੱਕ ਉੱਪਰ ਬਣੇ ਬਰਤਨ, ਜਿਹੜੇ ਕਿ ਵੱਖਰੇ ਹੀ ਕਿਸਮ ਦੇ ਸਨ। ਬਰਤਨ ਪੱਕੇ ਹੋਏ, ਲਾਲ ਰੰਗ ਦੇ, ਮੋਟੇ ਕਿਨਾਰਿਆਂ ਵਾਲੇ ਅਤੇ ਕਈ ਵਾਰੀ ਲਾਲ ਰੰਗ ਨਾਲ ਪਾਲਿਸ਼ ਕੀਤੇ ਹੋਏ ਸਨ। ਕਿਧਰੇ ਕਿਧਰੇ ਕਾਲੇ ਰੰਗ ਦਾ ਪਾਲਿਸ਼ ਵੀ ਵਰਤਿਆ ਗਿਆ ਤੇ ਬਰਤਨਾਂ ਉੱਪਰ ਪਿੱਪਲ ਦਾ ਪੇੜ, ਇੱਕ ਦੂਸਰੇ ਨੂੰ ਕੱਟ ਰਹੇ ਗੋਲ ਦਾਇਰੇ ਜਾਂ ਮੋਰ ਦੀਆਂ ਤਸਵੀਰਾਂ ਵੀ ਮਿਲੀਆਂ। ਇਸ ਤੋਂ ਬਾਅਦ ਆ ਜਾਂਦਾ ਸਿੰਧ ਲਿਪੀ, ਜਿਹੜੀ ਕਿ ਖਾਸ ਤੌਰ 'ਤੇ ਮੋਹਰਾਂ ਉੱਪਰ ਮਿਲਦੀ ਹੈ ਅਤੇ ਇਸ ਵਿੱਚ ਕੋਈ ਇਲਾਕਾਈ ਭਿੰਨਤਾ ਨਹੀਂ। ਇਸ ਤੋਂ ਬਾਅਦ ਇੱਟਾਂ ਪੱਕੀਆਂ ਤੇ ਧੁੱਪ ਵਿੱਚ ਸੁਕਾਈਆਂ ਵੀ, ਜਿਨ੍ਹਾਂ ਦਾ ਸਟੈਂਡਰਡ ਸਾਈਜ਼ ਹੈ ਤੇ ਪਾਸਿਆਂ ਦਾ ਅਨੁਪਾਤ 1:2:4 ਹੈ। ਇਸ ਤੋਂ ਬਾਅਦ ਆ ਜਾਂਦਾ ਸਟੈਂਡਰਡ ਤੋਲ ਜਾਂ ਵੱਟੇ, ਜਿਨ੍ਹਾਂ ਦੀ ਮੁੱਢਲੀ ਇਕਾਈ 13.63 ਗ੍ਰਾਮ ਹੈ। ਇਸ ਤੋਂ ਬਾਅਦ ਹੈ ਸ਼ਹਿਰਾਂ ਤੇ ਕਸਬਿਆਂ ਵਿੱਚ ਸੜਕਾਂ ਬਿਲਕੁਲ ਸਿੱਧੀਆਂ ਰੱਖਣ ਦੀ ਕੋਸ਼ਿਸ਼। ਤੇ ਪਾਣੀ ਨਿਕਾਸੀ ਦਾ ਪੂਰਾ ਪ੍ਰਬੰਧ ਹੈ। ਇਸ ਤੋਂ ਬਾਅਦ ਹੈ ਸ਼ਹਿਰ ਤੋਂ ਵੱਖਰਾ ਪਰ ਨਜ਼ਦੀਕ ਹੀ ਕਿਲ੍ਹਾ। ਇਸ ਤੋਂ ਬਾਅਦ ਪੱਕੇ ਖੂਹ ਤੇ ਤਲਾਬ। ਇਸ ਤੋਂ ਬਾਅਦ ਆ ਜਾਂਦਾ ਮੁਰਦਿਆਂ ਨੂੰ ਦਫਨਾਉਣਾ ਤੇ ਕਬਰ ਵਿੱਚ ਉੱਤਰ ਤੋਂ ਦੱਖਣ ਵੱਲ ਸਿੱਧੇ ਲਟਾਉਣਾ। ਇਹ ਜ਼ਰੂਰੀ ਨਹੀਂ ਕਿ ਉਪਰੋਕਤ ਸਾਰੀਆਂ ਚੀਜ਼ਾਂ ਹਰ ਥਾਂ ਮਿਲਣ, ਪਰੰਤੂ ਬਰਤਨ ਤੇ ਇੱਟਾਂ ਲਗਭਗ ਹਰ ਥਾਂ ਹੀ ਮਿਲਦੀਆਂ ਹਨ। ਇਸ ਤੋਂ ਬਾਅਦ ਆ ਜਾਂਦਾ ਵਿਸਤਾਰ ਅਤੇ ਵਸੋਂ। ਵਰਤਮਾਨ ਹੱਦਬੰਦੀਆਂ ਅਨੁਸਾਰ ਇਸ ਸੱਭਿਅਤਾ ਵਿੱਚ ਹੇਠ ਲਿਖੇ ਪ੍ਰਦੇਸ਼ ਤੇ ਦੇਸ਼ ਆਉਂਦੇ ਹਨ। ਪਹਿਲਾਂ ਆ ਜਾਂਦਾ ਪੰਜਾਬ, ਦੋਵੇਂ ਹੀ ਪਾਕਿਸਤਾਨੀ ਵੀ ਤੇ ਭਾਰਤੀ ਵੀ। ਫਿਰ ਆ ਜਾਂਦਾ ਹਰਿਆਣਾ। ਨੰਬਰ 3 ਤੇ ਆ ਜਾਂਦਾ ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਰਾਜਸਥਾਨ, ਗੁਜਰਾਤ ਦਾ ਵੱਡਾ ਹਿੱਸਾ, ਉੱਤਰੀ ਤੇ ਦੱਖਣੀ ਬਲੋਚਿਸਤਾਨ ਦੇ ਕੁਝ ਹਿੱਸੇ। ਸਿੰਧ ਸੱਭਿਅਤਾ ਮੂਲ ਰੂਪ ਵਿੱਚ ਮੈਦਾਨੀ ਸੱਭਿਅਤਾ ਸੀ। ਜੰਮੂ ਕਸ਼ਮੀਰ ਵਿੱਚ ਮਾਂਡਾ ਤੇ ਰੋਪੜ, ਚੰਡੀਗੜ੍ਹ ਖਿੱਤੇ ਦੇ ਸਥਾਨਾਂ ਤੋਂ ਪਤਾ ਚੱਲਦਾ ਹੈ ਕਿ ਨੀਵੀਆਂ ਸਵਾਲਕ ਪਹਾੜੀਆਂ ਇਹ ਪਾਰ ਨਹੀਂ ਕਰ ਸਕੀ ਸੀ। ਇਹ ਪਹਾੜੀਆਂ ਹੀ ਇਸ ਦੀ ਉੱਤਰੀ ਹੱਦ ਸੀ। ਇਸੇ ਤਰ੍ਹਾਂ ਉੱਤਰ ਪੱਛਮੀ ਪੰਜਾਬ ਵਿੱਚ ਸਾਲਟ ਰੇਂਜ ਅਤੇ ਸਿੰਧ ਦਰਿਆ ਤੋਂ ਪਾਰ ਦੀਆਂ ਸਰਹੱਦੀ ਸੂਬੇ ਦੀਆਂ ਪਹਾੜੀਆਂ ਵੀ ਇਸ ਦੇ ਘੇਰੇ ਤੋਂ ਬਾਹਰ ਸਨ। ਹਾਂ, ਬਲੋਚਿਸਤਾਨ ਦੇ ਮੈਦਾਨ ਤੇ ਪੂਰਬੀ ਪਹਾੜੀਆਂ ਨੂੰ ਪਾਰ ਕਰਕੇ ਸੱਭਿਅਤਾ
ਦਸਤ ਦਰਿਆ ਤੇ ਪਾਕਿਸਤਾਨ ਤੇ ਈਰਾਨ ਸਰਹੰਦ ਉੱਪਰ ਸਥਿਤ ਸੂਦਾਨ ਸੁਤਕਾਂਗ ਦੌਰ ਤੱਕ ਫੈਲੀ ਹੋਈ ਸੀ। ਸਿੰਧ ਦੇ ਦੱਖਣ ਪੂਰਬ ਵਿੱਚ ਮਹਾਰਣਕਸ਼ ਵੀ ਇਸ ਨੂੰ ਨਹੀਂ ਰੋਕ ਸਕਿਆ। ਗੁਜਰਾਤ ਵਿੱਚ ਅਨੇਕਾਂ ਸਥਾਨ ਮਿਲੇ ਹਨ ਇਸ ਦੇ। ਨਾਗੇਸ਼ਵਰ ਤੋਂ ਲੈ ਕੇ ਲੋਥਲ ਤੱਕ ਸਾਰੀ ਪੱਟੀ ਇਸ ਸੱਭਿਅਤਾ ਦਾ ਹਿੱਸਾ ਸੀ। ਅੱਗੇ ਆ ਜਾਂਦਾ ਪ੍ਰਮੁੱਖ ਸਥਾਨਾਂ ਦੀ ਸੂਚੀ ਵੀ ਕਿਹੜੇ ਕਿਹੜੇ ਸ਼ਹਿਰ ਸਨ ਇਹਦੇ ਵਿੱਚ। ਪਹਿਲਾਂ ਜਾਂਦਾ ਹੜੱਪਾ, ਮੋਹਿੰਜੋਦਾੜੋ, ਅਮਰੀ, ਕੋਟਡੀਜੀ, ਸੁਤਕਾਂਗ ਦੌਰ, ਰੋਪੜ, ਕਾਲੀਬੰਗਾ, ਸੰਘੋਲ, ਬਣਵਾਲੀ ਤੇ ਰਾਖੀਗੀੜੀ, ਆਲਮਗੀਰਪੁਰ ਤੇ ਲੋਥਲ, ਇਹ ਇਹਨਾਂ ਦੇ ਪ੍ਰਮੁੱਖ ਸਥਾਨ ਸਨ। ਇਸ ਤੋਂ ਬਾਅਦ ਆ ਜਾਂਦਾ ਰਕਬਾ ਏਰੀਆ ਵੀ ਕਿੰਨਾ ਏਰੀਆ ਸੀਗਾ ਇਹਨਾਂ ਦਾ। ਸਿੰਧ ਘਾਟੀ ਸੱਭਿਅਤਾ ਹੇਠ ਤਕਰੀਬਨ 7 ਲੱਖ ਵਰਗ ਕਿਲੋਮੀਟਰ ਦਾ ਰਕਬਾ 7 ਲੱਖ ਵਰਗ ਕਿਲੋਮੀਟਰ ਦਾ ਰਕਬਾ ਸੀ। ਹੜੱਪਾ ਤੇ ਮੋਹਨਜੋਦਾੜੋ ਸ਼ਹਿਰਾਂ ਦੀ ਆਬਾਦੀ 1,50,000 ਸੀ। ਕੁੱਲ ਸ਼ਹਿਰੀ ਆਬਾਦੀ 2,50,000 ਦੇ ਕਰੀਬ ਸੀ ਅਤੇ ਕੁੱਲ ਆਬਾਦੀ ਅਤੇ ਕੁੱਲ ਆਬਾਦੀ 40,000 ਦੇ ਕਰੀਬ ਹੋ ਸਕਦੀ ਹੈ। ਲੋਕਾਂ ਦੀਆਂ ਨਸਲਾਂ। ਸਿੰਧ ਘਾਟੀ ਸ਼ਹਿਰਾਂ ਦੀ ਸੱਭਿਅਤਾ ਸੀ। ਹੜੱਪਾ ਤੇ ਮੋਹਨਜੋਦਾੜੋ ਵਿੱਚ ਕਈ ਦੇਸ਼ਾਂ ਤੇ ਜਾਤੀਆਂ ਦੇ ਲੋਕ ਆਉਂਦੇ ਸਨ। ਇਸ ਸੱਭਿਅਤਾ ਨੂੰ ਆਰਨੀ ਜਾਂ ਦਰਾਵੜ ਜਾਤੀਆਂ ਨਾਲ ਨਹੀਂ ਜੋੜਿਆ ਜਾ ਸਕਦਾ। ਅਨੁਮਾਨ ਲਾਇਆ ਜਾਂਦਾ ਹੈ ਕਿ ਇੱਥੇ ਹੇਠ ਲਿਖੀਆਂ 4 ਨਸਲਾਂ ਦੇ ਲੋਕ ਵੱਸਦੇ ਸਨ। ਪਹਿਲਾ ਆ ਜਾਂਦਾ ਪ੍ਰੋਟੋ ਆਸਟ੍ਰੋਲੋਇਡ, ਨੰਬਰ 2 ਤੇ ਆ ਜਾਂਦਾ ਮੈਡੀਟੇਰੇਨੀਅਨ, ਨੰਬਰ 3 ਮੋਂਗੋਲੋਇਡ ਅਤੇ ਨੰਬਰ 4 ਅਲੇਪਨੋਇਡ। ਇਹ 4 ਜਾਤੀਆਂ ਦੇ ਲੋਕ ਸਨ ਇਹਨਾਂ ਦੇ ਵਿੱਚ। ਇਸ ਤੋਂ ਬਾਅਦ ਆ ਜਾਂਦਾ ਖੇਤੀ ਅਤੇ ਭੋਜਨ, ਵੀ ਇਹਨਾਂ ਦੀ ਖੇਤੀ ਕਿਸ ਤਰ੍ਹਾਂ ਦੀ ਸੀ ਅਤੇ ਇਹਨਾਂ ਦਾ ਭੋਜਨ ਕਿਸ ਤਰ੍ਹਾਂ ਦਾ ਸੀ। ਖੇਤੀ ਵਿਸਤਾਰ ਤੋਂ ਬਿਨਾਂ ਸ਼ਹਿਰਾਂ ਵਿੱਚ ਨਿਰਮਾਣ ਸੰਭਵ ਨਹੀਂ ਸੀ। ਸਿੰਧ ਘਾਟੀ ਦੀ ਸੱਭਿਅਤਾ ਸਮੇਂ ਖੇਤੀ ਦਾ ਵਿਸਤਾਰ ਹੋਇਆ। ਜਿਸ ਸੱਭਿਅਤਾ ਦੇ ਵੇਲੇ ਖੇਤੀ ਦਾ ਬਹੁਤ ਵਿਸਤਾਰ ਹੋਇਆ ਸੀ। ਵਿਸਤਾਰ ਦਾ ਕਾਰਨ ਬਲਦਾਂ ਵਾਲੇ ਹਲ ਅਤੇ ਗੱਡੇ ਦੀ ਈਜਾਦ ਤੇ ਵਰਤੋਂ ਸੀ। ਵੇ ਬਲਦਾਂ ਵਾਲੇ ਹਲ ਅਤੇ ਗੱਡਿਆਂ ਦੀ ਵਰਤੋਂ ਕਰਦੇ ਸਨ। ਇਸ ਦਾ ਦੂਜਾ ਕਾਰਨ ਜ਼ਮੀਨੀ ਥੱਲੜੇ ਪਾਣੀ ਦੀ ਵਰਤੋਂ ਵੀ ਹੋ ਸਕਦਾ ਹੈ। ਵੀ ਧਰਤੀ ਹੇਠਲੇ ਪਾਣੀ ਦੀ ਵਰਤੋਂ ਖੇਤੀ ਲਈ ਕਰਦੇ ਸਨ। ਸਿੰਧ ਘਾਟੀ ਸੱਭਿਅਤਾ ਮਨੁੱਖ ਦੀ ਪਹਿਲੀ ਸੱਭਿਅਤਾ ਸੀ ਜਿਸ ਨੇ ਧਰਤੀ ਹੇਠਲੇ ਪਾਣੀ ਦਾ ਇਸਤੇਮਾਲ ਕਰਨ ਲਈ ਖੂਹਾਂ ਦੀ ਵਰਤੋਂ ਕੀਤੀ ਸੀ। ਧਰਤੀ ਹੇਠਲੇ ਪਾਣੀ ਦਾ ਵਰਤੋਂ ਕਰਨ ਲਈ ਇਹਨਾਂ ਨੇ ਖੂਹਾਂ ਦੀ ਵਰਤੋਂ ਕੀਤੀ ਸੀ। ਖੇਤੀ ਤਕਨੀਕ ਵਿੱਚ ਤੀਸਰੀ ਵੱਡੀ ਤਬਦੀਲੀ ਫਸਲਾਂ ਦੀ ਵੱਡੀ ਗਿਣਤੀ ਸੀ। ਮੁੱਖ ਫਸਲਾਂ ਰੱਬੀ ਅਤੇ ਖਰੀਫ ਦੋਵੇਂ ਹੀ ਸ਼੍ਰੇਣੀਆਂ ਦੀਆਂ ਸਨ। ਇਹਨਾਂ ਹੇਠ ਲਿਖੀ ਸੂਚੀ ਦਿੱਤੀ ਗਈ ਹੈ। ਜਿਹੜੀਆਂ ਤਾਂ ਰੱਬੀ ਫਸਲਾਂ ਸੀਗੀਆਂ ਵਿੰਟਰ ਵਾਲੀਆਂ, ਉਹਨਾਂ ਦੇ ਵਿੱਚ ਆ ਜਾਂਦਾ ਨਰਮ ਅਨਾਜ ਜਿਵੇਂ ਕਿ ਕਣਕ, ਜੌਂ, ਦਾਲਾਂ ਦੇ ਵਿੱਚ ਆ ਜਾਂਦਾ ਛੋਲੇ, ਫੀਲਡ ਪੀਆ, ਲੈਂਟਿਲਸ ਅਤੇ ਤੇਲਾਂ ਵਾਲੇ ਬੀਜ। ਖਰੀਫ ਫਸਲਾਂ ਸੀਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਮੋਟਾ ਅਨਾਜ ਆ ਜਾਂਦਾ ਸੀ ਜਿਵੇਂ ਬਾਜਰਾ, ਜਵਾਰ ਅਤੇ ਤੇਲਾਂ ਵਾਲੇ ਬੀਜਾਂ ਦੇ ਵਿੱਚ ਆਉਂਦੇ ਤਿਲ, ਰੇਸ਼ੇਦਾਰ ਫਸਲ ਅਤੇ ਕਪਾਹ। ਚਾਵਲ ਦੇ ਇਸਤੇਮਾਲ ਤੇ ਪੈਦਾਵਾਰ ਬਾਰੇ ਵਿਸ਼ਵਾਸ ਨਾਲ ਨਹੀਂ ਕਿਹਾ ਜਾ ਸਕਦਾ, ਭਾਵੇਂ ਕਿ ਇਹ ਗੁਜਰਾਤ ਵਿੱਚ ਲੋਥਲ ਤੇ ਰੰਗਪੁਰ ਵਿੱਚ ਪ੍ਰਾਪਤ ਹੋਇਆ ਹੈ। ਇਹ ਜੰਗਲੀ ਸੀ ਜਾਂ ਇਸ ਨੂੰ ਪਾਲਤੂ ਬਣਾ ਲਿਆ ਗਿਆ ਸੀ, ਪਤਾ ਨਹੀਂ ਚੱਲਦਾ, ਪਰੰਤੂ ਕਪਾਹ ਜੰਗਲੀ ਹੀ ਸੀ। ਇਸ ਕਰਕੇ ਇਸ ਤੋਂ ਬਣੇ ਕੱਪੜੇ ਸਿਰਫ ਅਮੀਰਾਂ ਕੋਲ ਹੀ ਹੋ ਸਕਦੇ ਸਨ। ਪੰਜਾਬ ਮੈਦਾਨਾਂ ਦੀ ਕੜਕਦੀ ਸਰਦੀ ਦਾ ਸਾਹਮਣਾ ਸ਼ਾਇਦ ਉੱਨੀ ਕੱਪੜਿਆਂ ਰਾਹੀਂ ਕੀਤਾ ਜਾਂਦਾ ਸੀ ਕਿਉਂਕਿ ਭੇਡ ਮੁੱਖ ਪਾਲਤੂ ਪਸ਼ੂ ਸੀ। ਵੈਸੇ ਸੂਤ ਨੂੰ ਰੰਗਣ ਦੇ ਸਬੂਤ ਵੀ ਮਿਲੇ ਹਨ।
ਇਸ ਤੋਂ ਬਾਅਦ ਆ ਜਾਂਦਾ ਇਹਨਾਂ ਦੇ ਫਲ। ਫਲਾਂ ਦੇ ਵਿੱਚ ਇਹਨਾਂ ਕੋਲ ਖੰਜੂਰ, ਬੇਰ, ਅੰਗੂਰ ਅਤੇ ਤਰਬੂਜ਼ਾਂ ਦਾ ਇਸਤੇਮਾਲ ਹੁੰਦਾ ਸੀ। ਖਜੂਰ ਅਤੇ ਬੇਰ ਮੁੱਢਲੇ ਫਲ ਸਨ ਇਹਨਾਂ ਦੇ। ਇਸ ਤੋਂ ਬਾਅਦ ਪਸ਼ੂ। ਸਿੰਧ ਘਾਟੀ ਸੱਭਿਅਤਾ ਦਾ ਖਾਸ ਪਸ਼ੂ ਉੱਚੀ ਬੰਨ ਵਾਲਾ ਬਲਦ ਸੀ। ਗਊ ਦੁੱਧ ਦੇਣ ਲਈ ਪਾਲੀ ਜਾਂਦੀ ਸੀ। ਪੈਂਡਾ ਬਾਰ-ਬਾਰ ਮੋਹਰਾਂ 'ਤੇ ਆਇਆ ਹੈ। ਮੱਝਾਂ ਸ਼ਾਇਦ ਅਜੇ ਪਾਲਤੂ ਨਹੀਂ ਸਨ। ਊਠ ਦੀ ਵਰਤੋਂ ਸਿੰਧ ਵਿੱਚ ਸੀ, ਪਰ ਉਹ ਭਾਰਤੀ ਊਠ ਨਹੀਂ ਸੀ। ਘੋੜਾ ਵੀ ਬਹਿਸ ਦਾ ਵਿਸ਼ਾ ਹੈ। ਘੋੜੇ ਦੀਆਂ ਜੋ ਹੱਡੀਆਂ ਮਿਲੀਆਂ ਹਨ ਉਹ ਜੰਗਲੀ ਗਧਾ ਹੈ, ਵੀ ਜੰਗਲੀ ਗਧਾ ਸੀਗਾ ਉਹ, ਜਿਹਨੂੰ ਘੋੜਾ ਸਮਝੀ ਜਾਂਦੀ ਸੀ। ਬਲਦਾਂ ਵਾਂਗ ਭੇਡਾਂ ਅਤੇ ਬੱਕਰੀਆਂ ਖਾਸ ਪਸ਼ੂ ਸਨ। ਭੇਡ ਦਾ ਮਾਸ ਆਮ ਵਰਤਿਆ ਜਾਂਦਾ ਸੀ। ਸੂਰ ਵੀ ਪਾਲਤੂ ਹੋ ਚੁੱਕਿਆ ਸੀ ਅਤੇ ਖਾਧਾ ਜਾਂਦਾ ਸੀ। ਪਸ਼ੂ ਅਤੇ ਸਮਾਜ। ਪਸ਼ੂਆਂ ਦੇ ਵੱਡੀ ਗਿਣਤੀ ਵਿੱਚ ਪਾਲਤੂ ਹੋਣ ਕਾਰਨ ਕਿਸਾਨਾਂ ਵਿੱਚ ਫਰਕ ਆਇਆ। ਵੱਧ ਪਸ਼ੂ ਰੱਖਣ ਵਾਲੇ ਅਮੀਰ ਸਨ। ਪਸ਼ੂਆਂ ਲਈ ਚਰਾਗਾਹਾਂ ਦੀ ਜ਼ਰੂਰਤ ਸੀ, ਜਿਸ ਕਰਕੇ ਖੇਤੀ ਹੇਠ ਰਕਬਾ ਜ਼ਿਆਦਾ ਨਹੀਂ ਹੋ ਸਕਦਾ। ਆਬਾਦੀ ਘੱਟ ਹੋਣ ਕਰਕੇ ਵੀ ਬਹੁਤੇ ਜ਼ਿਆਦਾ ਖੇਤੀ ਦੀ ਜ਼ਰੂਰਤ ਨਹੀਂ ਸੀ। ਪਸ਼ੂ ਖਾਨਾਬਦੋਸ਼ ਜਾਤੀਆਂ ਦੁਆਰਾ ਆਸਾਨੀ ਨਾਲ ਪਾਲੇ ਜਾ ਸਕਦੇ ਸਨ। ਵਸੋਂ ਦਾ ਇੱਕ ਹਿੱਸਾ ਸ਼ਿਕਾਰ ਦੁਆਰਾ ਵੀ ਜ਼ਮੀਨ ਨਿਰਵਾਹ ਕਰਦਾ ਸੀ। ਅੱਗੇ ਦਸਤਕਾਰੀ ਆ ਜਾਂਦਾ ਹੈ। ਸਿੰਧ ਘਾਟੀ ਸੱਭਿਅਤਾ ਤਾਂਬੇ ਪੱਥਰ ਯੁੱਗ ਦੀ ਸੱਭਿਅਤਾ ਸੀ। ਤਾਂਬੇ ਨੂੰ ਟੀਨ ਨਾਲ ਮਿਲਾ ਕੇ ਕਾਂਸੀ ਪੈਦਾ ਕਰ ਲਈ ਗਈ ਅਤੇ ਇਸ ਨਾਲ ਤਿੱਖੇ ਚਾਕੂ, ਕੁਹਾੜੇ, ਤੇਸੇ ਬਣੇ। ਤਾਂਬੇ ਵਿੱਚ ਹੌਲੀ ਹੌਲੀ ਨਿੱਕਲ ਤੇ ਹੋਰ ਧਾਤਾਂ ਵੀ ਪਾਈਆਂ ਜਾਂਦੀਆਂ ਸਨ। ਤਾਂਬਾ ਢਾਲਣ ਲਈ ਪੱਕੀਆਂ ਇੱਟਾਂ ਦੀ ਨਾਲੀ ਵਿੱਚ ਮੋਮ ਅਤੇ ਮਿੱਟੀ ਦੇ ਬਲਾਕ ਬਣਾ ਕੇ ਡਾਈ ਦਾ ਕੰਮ ਲਿਆ ਜਾਂਦਾ ਸੀ। ਇਸ ਤਰ੍ਹਾਂ ਉਸਤਰੇ, ਚਾਕੂ, ਤੇਸੇ, ਹੁੱਕਾਂ, ਦਾਤਰੀਆਂ ਆਦਿ ਅਤੇ ਕੁਹਾੜੇ ਬਣਾਏ ਜਾਂਦੇ ਸਨ। ਕਈਆਂ ਤੇ ਤੀਰ ਬਣਾਉਣ ਦੀ ਕਲਾ ਵੀ ਹੋਰ ਵਿਕਸਿਤ ਹੋਈ ਸੀ। ਕਾਂਸੀ ਦੇ ਬਣੇ ਮੂੰਹ ਵੇਖਣ ਵਾਲੇ ਸ਼ੀਸ਼ੇ ਅਮੀਰੀ ਦੀ ਨਿਸ਼ਾਨੀ ਸਨ। ਇਸ ਤੋਂ ਬਾਅਦ ਆ ਜਾਂਦਾ ਕੱਚਾ ਮਾਲ। ਸਿੰਧ ਘਾਟੀ ਸੱਭਿਅਤਾ ਵਿੱਚ ਪੱਥਰ ਅਤੇ ਲੱਕੜੀ ਕੱਚੇ ਮਾਲ ਦੇ ਮੁੱਖ ਸਰੋਤ ਤੇ ਰੂਪ ਸਨ। ਹਥਿਆਰ ਤੇ ਸੰਦ ਬਣਾਉਣ ਲਈ ਪੱਥਰ ਸ਼ੁਰੂ ਵਿੱਚ ਕੰਮ ਆਉਂਦਾ ਸੀ। ਫਿਰ ਸ਼ਹਿਰਾਂ ਵਿੱਚ ਪੱਥਰ ਤੇ ਤਾਂਬੇ ਦੀਆਂ ਵਰਕਸ਼ਾਪਾਂ ਰਾਹੀਂ ਨਵੇਂ ਕਿਸਮ ਦੇ ਬਲੇਡ ਤੇ ਡਰਿੱਲਾਂ ਬਣੀਆਂ। ਇਸ ਤਰ੍ਹਾਂ ਪੱਥਰ ਕੱਚਾ ਮਾਲ ਬਣ ਗਿਆ। ਧਾਤਾਂ ਤੋਂ ਬਣੀਆਂ ਕਈਆਂ ਕੁਹਾੜੀਆਂ ਵਿੱਚ ਹੈਂਡਲ ਜਾਂ ਹੱਥਾਂ ਦੀ ਲੱਕੜੀ ਦਾ ਪੈਦਾ ਸੀ। ਇਸ ਤਰ੍ਹਾਂ ਲੱਕੜੀ ਦਾ ਵਪਾਰ ਸ਼ੁਰੂ ਹੋ ਗਿਆ। ਲੱਕੜ ਦੇ ਬਣੇ ਗੱਡੇ ਸਿੰਧ ਘਾਟੀ ਦੀ ਪ੍ਰਮੁੱਖ ਵਿਸ਼ੇਸ਼ਤਾ ਸੀ। ਇਸ ਤੋਂ ਬਾਅਦ ਆ ਜਾਂਦਾ ਮਿੱਟੀ ਦੇ ਬਰਤਨ ਉਦਯੋਗ। ਬਰਤਨ ਬਣਾਉਣ ਦੀ ਵਿਧੀ ਅਤੇ ਕਲਾ ਲਈ ਸਿੰਧ ਘਾਟੀ ਸੱਭਿਅਤਾ ਸਭ ਤੋਂ ਖਾਸ ਸੀ। ਅੱਜ ਕੱਲ੍ਹ ਦੀ ਭਾਸ਼ਾ ਵਿੱਚ ਬਰਤਨ ਉਦਯੋਗ ਇਸ ਸੱਭਿਅਤਾ ਦੀ ਸਭ ਤੋਂ ਵੱਡੀ ਉਪਭੋਗਤਾ ਵਸਤੂਆਂ ਪੈਦਾ ਕਰਨ ਵਾਲੀ ਤੇ ਰੁਜ਼ਗਾਰ ਦੇਣ ਵਾਲੀ ਇੰਡਸਟਰੀ ਸੀ। ਪੱਕੇ ਹੋਏ ਬਰਤਨ ਲਾਲ ਰੰਗ ਤੇ ਮੋਟੇ ਕਿਨਾਰੇ ਵਾਲੇ ਸਨ। ਅਮੀਰ ਲਈ ਵੀ ਗਰੀਬ ਲਈ ਵੀ। ਇਹ ਸੱਭਿਅਤਾ ਅਧੀਨ ਸਾਰੇ ਰਕਬੇ ਵਿੱਚ ਮਿਲਦੇ ਹਨ। ਆਵੇ ਜਿੱਥੇ ਪੱਕਦੇ ਸਨ, ਬਹੁਤ ਹੀ ਵਿਕਸਤ ਸਨ। ਖੂਹਾਂ ਦੇ ਆਸ-ਪਾਸ ਮਿੱਟੀ ਦੀਆਂ ਪਿਆਲੀਆਂ ਦੇ ਢੇਰ ਮਿਲਦੇ ਸਨ। ਇਹ ਖੂਬਸੂਰਤ ਪਿਆਲੀਆਂ, ਕੌਲੀਆਂ ਇਤਨੀਆਂ ਸਸਤੀਆਂ ਸਨ ਕਿ ਇਹਨਾਂ ਨੂੰ ਇੱਕ ਵਾਰ ਵਰਤ ਕੇ ਸੁੱਟ ਦਿੱਤਾ ਜਾਂਦਾ ਸੀ। ਪਰੰਤੂ ਵਧੇਰੇ ਮਹਿੰਗੇ ਬਰਤਨ ਵੀ ਸਨ, ਜਿਨ੍ਹਾਂ ਨੂੰ ਟੁੱਟਣ ਤੋਂ ਬਾਅਦ ਸੰਭਾਲਣ ਦੀ ਕੋਸ਼ਿਸ਼ ਹੁੰਦੀ ਸੀ। ਅੱਜ ਦਾ ਆਪਣਾ ਲੈਕਚਰ ਇੰਨਾ ਹੀ ਸੀਗਾ। ਇਸ ਦੇ ਆਪਾਂ 2 ਲੈਕਚਰ ਹੋਰ ਲਗਾਵਾਂਗੇ ਅਤੇ ਇਹ ਲੈਕਚਰ ਆਪਾਂ 2 ਦਿਨਾਂ ਵਿੱਚ ਕੰਪਲੀਟ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਆਪਣਾ ਅਗਲਾ ਚੈਪਟਰ ਸ਼ੁਰੂ ਕਰਾਂਗੇ। ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਲੈਕਚਰ ਵਧੀਆ ਲੱਗਿਆ ਹੋਊਗਾ। ਆਪਣੀਆਂ ਕਲਾਸਾਂ ਹੁਣ ਰੈਗੂਲਰ ਲੱਗਿਆ ਕਰਨਗੀਆਂ, ਪੇਪਰ ਨੇੜੇ ਆ, ਕਿਉਂਕਿ ਸਾਰੇ ਆਪਣੇ ਚੈਨਲ ਨੂੰ ਜਿਹੜੇ ਬੱਚੇ ਨਵੇਂ ਆ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ।